ਪਿਆਰੇ ਬੱਚਿਓ, ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਮੈਂ ਤੁਹਾਡਾ ਗੁਰਮੇਲ ਸਿੰਘ ਸਾਗੂ, ਸਮਾਜਿਕ ਸਿੱਖਿਆ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ। ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ 7ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦਾ ਪਾਠ ਨੰਬਰ 2, ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ। ਇਹ ਪਾਠ ਤੁਸੀਂ ਪਹਿਲਾਂ ਡਾਕਟਰ ਰਚਨਾ, ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾ ਹਾਜੀ ਫਿਰੋਜ਼ਪੁਰ ਜੀ ਪਾਸੋਂ 2 ਭਾਗਾਂ ਵਿੱਚ ਪੜ੍ਹ ਚੁੱਕੇ ਹੋ ਅਤੇ ਅੱਜ ਆਪਾਂ ਇਸ ਪਾਠ ਦੀ ਦੁਹਰਾਈ ਕਰਾਂਗੇ। ਇਸ ਪਾਠ ਦੀ ਦੁਹਰਾਈ ਦਾ ਇਹ ਸਲਾਈਡ ਸ਼ੋਅ ਡਾਕਟਰ ਰਚਨਾ ਦੇ ਸਹਿਯੋਗ ਨਾਲ ਬਣਿਆ ਹੈ, ਜਿਸ ਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬੱਚਿਓ, ਇਸ ਦੁਹਰਾਈ ਦੇ ਦੌਰਾਨ ਮੈਂ ਤੁਹਾਡੇ ਨਾਲ ਇਸ ਪਾਠ ਦੇ ਕੁਝ ਮਹੱਤਵਪੂਰਨ ਨੁਕਤੇ ਸਾਂਝੇ ਕਰਾਂਗਾ ਅਤੇ ਉਸ ਦੇ ਨਾਲ ਨਾਲ ਆਪਾਂ ਐਕਸਰਸਾਈਜ਼ ਵੀ ਕਰਦੇ ਜਾਵਾਂਗੇ ਅਤੇ ਆਪਾਂ ਸ਼ੁਰੂ ਕਰਦੇ ਹਾਂ। ਬੱਚਿਓ, ਸਕਰੀਨ ਦੇ ਉੱਪਰ ਤੁਸੀਂ ਜੋ ਤਸਵੀਰ ਦੇਖ ਰਹੇ ਹੋ, ਇਹ ਧਰਤੀ ਦੀਆਂ ਵੱਖ-ਵੱਖ ਪਰਤਾਂ ਨੂੰ ਵਿਖਾਇਆ ਗਿਆ ਹੈ। ਜਿਵੇਂ ਆਪਾਂ ਕਿਸੇ ਗੇਂਦ ਨੂੰ ਵਿਚਕਾਰੋਂ ਕੱਟ ਲੈਂਦੇ ਹਾਂ ਅਤੇ ਉਸ ਦੀਆਂ ਵੱਖ-ਵੱਖ ਪਰਤਾਂ ਦਿਖਾਈ ਦਿੰਦੀਆਂ ਹਨ, ਜਾਂ ਜਦੋਂ ਆਪਾਂ ਪਿਆਜ਼ ਨੂੰ, ਗੰਢੇ ਨੂੰ ਕੱਟਦੇ ਹਾਂ ਤਾਂ ਉਸ ਦੀਆਂ ਅਲੱਗ-ਅਲੱਗ ਛਿਲਕਾਂ ਜਾਂ ਅਲੱਗ-ਅਲੱਗ ਪਰਤਾਂ ਉਸੇ ਤਰ੍ਹਾਂ ਧਰਤੀ ਦੀਆਂ ਤੁਸੀਂ ਅਲੱਗ-ਅਲੱਗ ਪਰਤਾਂ ਇਹਦੇ ਵਿੱਚ ਦੇਖ ਰਹੇ ਹੋ। ਤਾਂ ਇਹਨਾਂ ਪਰਤਾਂ ਨੂੰ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਸਭ ਤੋਂ ਉੱਪਰਲਾ ਭਾਗ ਹੁੰਦਾ, ਇੱਕ ਵਿਚਕਾਰਲਾ ਔਰ ਇੱਕ ਧਰਤੀ ਦਾ ਸਭ ਤੋਂ ਅੰਦਰਲਾ ਭਾਗ ਹੁੰਦਾ ਹੈ। ਬੱਚੋ, ਤੁਸੀਂ ਇਹ ਦੱਸਣਾ ਕਿ ਇਹ ਤਿੰਨੋਂ ਭਾਗ ਕਿਹੜੇ-ਕਿਹੜੇ ਨੇ। ਜੇ ਤੁਸੀਂ ਇਸ ਤਸਵੀਰ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਖੁਦ ਬ ਖੁਦ ਪਤਾ ਚੱਲ ਜਾਏਗਾ ਕਿ ਇਹ ਤਿੰਨੋਂ ਭਾਗ ਕਿਹੜੇ-ਕਿਹੜੇ ਨੇ। ਤਾਂ ਮੈਂ ਹੁਣ ਇੱਕ-ਇੱਕ ਕਰਕੇ ਤੁਹਾਨੂੰ ਇਹ ਭਾਗ ਦੱਸਾਂਗਾ। ਸਭ ਤੋਂ ਉੱਪਰਲਾ ਭਾਗ ਹੈ ਚਾਪੜ, ਵਿਚਕਾਰਲਾ ਭਾਗ ਮੈਂਟਲ ਅਤੇ ਸਭ ਤੋਂ ਅੰਦਰਲਾ ਭਾਗ ਕੋਰ। ਹੁਣ ਆਪਾਂ ਇਹਨਾਂ ਭਾਗਾਂ ਨੂੰ ਇੱਕ-ਇੱਕ ਕਰਕੇ ਡਿਟੇਲ ਵਿੱਚ ਦੇਖਾਂਗੇ। ਸਭ ਤੋਂ ਪਹਿਲਾਂ ਹੈ ਧਰਤੀ ਦਾ ਚਾਪੜ। ਤੁਹਾਡੀ ਸਕਰੀਨ ਦੇ ਉੱਪਰ ਬਿਲਕੁਲ ਨੀਚੇ ਪੀਲੇ ਰੰਗ ਵਿੱਚ ਕੁਝ ਸ਼ਬਦ ਅਤੇ ਕੁਝ ਨੰਬਰ ਦਿਖਾਈ ਦੇ ਰਹੇ ਹਨ। ਹੁਣ ਇੱਕ-ਇੱਕ ਕਰਕੇ ਖਾਲੀ ਥਾਵਾਂ ਆਉਣਗੀਆਂ। ਤੁਸੀਂ ਇਹ ਦੱਸਣਾ ਹੈ ਕਿ ਉਹਨਾਂ ਖਾਲੀ ਥਾਵਾਂ ਵਿੱਚ ਇਹਨਾਂ ਵਿੱਚੋਂ ਕਿਹੜਾ-ਕਿਹੜਾ ਸ਼ਬਦ ਆਵੇਗਾ। ਪਹਿਲਾ ਹੈ ਧਰਤੀ ਦੀ ਸਭ ਤੋਂ ਡੈਸ਼ ਪਰਤ। ਤਾਂ ਇਹਨਾਂ ਪੀਲੇ ਸ਼ਬਦਾਂ ਵਿੱਚੋਂ ਹੈ ਉੱਪਰਲੀ, ਧਰਤੀ ਦੀ ਸਭ ਤੋਂ ਉੱਪਰਲੀ ਪਰਤ। ਅਗਲਾ ਹੈ ਮੋਟਾਈ ਲਗਭਗ ਔਸਤ ਡੈਸ਼ ਕਿਲੋਮੀਟਰ। ਚਾਪੜ ਦੀ ਔਸਤ ਚੌੜਾਈ, ਮੋਟਾਈ 30 ਕਿਲੋਮੀਟਰ। ਸਮੁੰਦਰ ਤਲ 'ਤੇ ਡੈਸ਼ ਕਿਲੋਮੀਟਰ, ਸਮੁੰਦਰ ਤਲ 'ਤੇ 4 ਤੋਂ 7 ਕਿਲੋਮੀਟਰ। ਮਹਾਂਦੀਪੀ ਭਾਗਾਂ 'ਤੇ ਔਸਤ 35 ਕਿਲੋਮੀਟਰ, ਪਹਾੜਾਂ 'ਤੇ 70 ਕਿਲੋਮੀਟਰ। ਉਸ ਤੋਂ ਅੱਗੇ ਹੈ ਡੈਸ਼। ਇਹ ਬੱਚਿਓ, ਚਾਪੜ ਨੂੰ ਅਸੀਂ ਇੱਕ ਹੋਰ ਨਾਮ ਨਾਲ ਵੀ ਜਾਣਦੇ ਹਾਂ। ਉਹਦਾ ਹਿੰਟ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ SI ਸਿਲੀਕੋਨ, AL ਐਲੂਮੀਨੀਅਮ। ਤਾਂ ਇਸ ਤੋਂ ਇਹਨਾਂ ਦੋਹਾਂ ਨੂੰ ਮਿਲਾ ਕੇ ਬਣਦਾ ਹੈ ਸਿਆਲ। ਅਗਲਾ ਚਟਾਨਾਂ ਅਤੇ ਡੈਸ਼। ਚਾਪੜ ਦੇ ਵਿੱਚ ਸਾਨੂੰ ਚਟਾਨਾਂ ਅਤੇ ਡੈਸ਼ ਮਿਲਦਾ ਹੈ, ਚਟਾਨਾਂ ਅਤੇ ਮਿੱਟੀ ਮਿਲਦੀ ਹੈ। ਹੁਣ ਆਪਾਂ ਮੈਂਟਲ ਵੱਲ ਵੱਧਦੇ ਹਾਂ। ਤਾਂ ਮੈਂਟਲ ਧਰਤੀ ਦੀਆਂ ਪਰਤਾਂ ਵਿੱਚ ਸਭ ਤੋਂ ਮੋਟਾ ਭਾਗ ਹੈ ਔਰ ਇਸ ਦੀ ਮੋਟਾਈ ਹੈ 3000 ਕਿਲੋਮੀਟਰ। ਮੈਂਟਲ ਨੂੰ ਆਪਾਂ ਸੀਮਾ ਵੀ ਆਖਦੇ ਹਾਂ ਕਿਉਂਕਿ ਇਸ ਵਿੱਚ 2 ਤੱਤ ਹਨ। ਕਿਹੜੇ-ਕਿਹੜੇ ਹਨ? ਸਿਲੀਕੋਨ, ਮੈਗਨੀਸ਼ੀਅਮ। ਮੈਂਟਲ ਦੇ ਵੀ ਅੱਗੋਂ 2 ਭਾਗ ਕੀਤੇ ਜਾਂਦੇ ਹਨ, ਉੱਪਰਲਾ ਮੈਂਟਲ ਭਾਗ ਅਤੇ ਹੇਠਲਾ ਮੈਂਟਲ ਭਾਗ। ਉੱਪਰਲੇ ਮੈਂਟਲ ਭਾਗ ਦੀ ਮੋਟਾਈ ਹੈ 700 ਕਿਲੋਮੀਟਰ ਤੱਕ ਔਰ ਹੇਠਲਾ ਮੈਂਟਲ ਭਾਗ ਹੈ 3000 ਕਿਲੋਮੀਟਰ ਤੱਕ। ਹੁਣ ਆਪਾਂ ਧਰਤੀ ਦੇ ਕੇਂਦਰੀ ਭਾਗ ਦੀ ਗੱਲ ਕਰਾਂਗੇ, ਯਾਨੀ ਕੋਰ। ਅਗੇਨ ਤੁਹਾਡੀ ਸਕਰੀਨ ਦੇ ਉੱਪਰ ਨੀਚੇ ਪੀਲੇ ਰੰਗ ਦੇ ਵਿੱਚ ਕੁਝ ਸ਼ਬਦ ਅਤੇ ਨੰਬਰ ਹਨ ਔਰ ਖਾਲੀ ਥਾਵਾਂ ਅਲੱਗ-ਅਲੱਗ ਦਿੱਤੀਆਂ ਹੋਈਆਂ, ਜਿਹਦੇ ਵਿੱਚ ਆਪਾਂ ਇਹ ਭਰਨੇ ਹਨ ਸ਼ਬਦ ਜਾਂ ਨੰਬਰ। ਧਰਤੀ ਦਾ ਸਭ ਤੋਂ ਡੈਸ਼ ਭਾਗ ਕੋਰ, ਧਰਤੀ ਦਾ ਸਭ ਤੋਂ ਅੰਦਰੂਨੀ ਭਾਗ, ਮੋਟਾਈ ਡੈਸ਼ ਕਿਲੋਮੀਟਰ 3470 ਕਿਲੋਮੀਟਰ। 2 ਭਾਗ, ਕੋਰ ਦੇ ਵੀ 2 ਭਾਗ ਹਨ, ਬਾਹਰਲਾ ਕੇਂਦਰੀ ਭਾਗ ਅਤੇ ਅੰਦਰੂਨੀ ਕੇਂਦਰੀ ਭਾਗ। ਇਸ ਦਾ ਇੱਕ ਹੋਰ ਨਾਮ ਜਿਹੜਾ ਇਹਦੇ ਵਿੱਚ ਮੌਜੂਦ ਤੱਤਾਂ ਕਰਕੇ ਬਣਿਆ ਹੋਇਆ ਹੈ NI+FE, ਨਾਈਫ।
ਬੱਚੇ ਤੁਹਾਨੂੰ ਪਤਾ ਹੈ ਕਿ ਕੋਰ ਦੇ ਵਿੱਚ ਬਹੁਤ ਹੀ ਗਰਮ ਲਾਵਾ ਹੈ ਜਿਹੜਾ ਕਦੇ-ਕਦੇ ਧਰਤੀ ਦੀ ਸਤ੍ਹਾ ਵਿੱਚੋਂ ਫੁੱਟ ਕੇ ਬਾਹਰ ਵੀ ਆ ਜਾਂਦਾ ਹੈ, ਜਿਸ ਦੀ ਵਜ੍ਹਾ ਕਰਕੇ ਧਰਤੀ ਉੱਪਰ ਬਹੁਤ ਸਾਰੇ ਪਹਾੜ ਬਣੇ ਹੋਏ ਹਨ। ਇਹਦੀ ਇੱਕ ਐਗਜ਼ਾਮਪਲ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਇੱਕ ਪਹਾੜ ਜਿਹੜਾ ਜਾਪਾਨ ਦੇ ਵਿੱਚ ਹੈ। ਇਸ ਦਾ ਨਾਮ ਕੀ ਹੈ ਬੱਚਿਓ? ਫਿਊਜੀਆਮਾ ਪਹਾੜ। ਹੁਣ ਆਪਾਂ ਚਾਪੜ ਦੇ ਉੱਪਰ ਸਥਿਤ ਕੁਝ ਪਦਾਰਥਾਂ ਦੀ ਗੱਲ ਕਰਾਂਗੇ ਜਿਹਨੂੰ ਅਸੀਂ ਚਟਾਨਾਂ ਕਹਿੰਦੇ ਹਾਂ। ਤਾਂ ਚਟਾਨਾਂ ਦਾ ਵਰਗੀਕਰਨ ਉਹਨਾਂ ਦੇ ਨਿਰਮਾਣ ਦੇ ਆਧਾਰ ਦੇ ਉੱਪਰ ਕੀਤਾ ਗਿਆ ਹੈ 3 ਹਿੱਸਿਆਂ ਦੇ ਵਿੱਚ। ਤਾਂ ਯਾਦ ਕਰੋ ਕਿਹੜੇ ਹਿੱਸੇ ਆ ਉਹ। ਪਹਿਲਾ ਵਰਗ ਹੈ ਅਗਨੀ ਚਟਾਨਾਂ। ਇਹ ਅੱਗੋਂ 2 ਤਰ੍ਹਾਂ ਦੀਆਂ ਹੁੰਦੀਆਂ ਹਨ, ਅੰਤਰਵੇਦੀ ਅਗਨੀ ਚਟਾਨਾਂ ਔਰ ਬਾਹਰਵੇਦੀ ਅਗਨੀ ਚਟਾਨਾਂ। ਉਸ ਤੋਂ ਬਾਅਦ ਤਹਿਦਾਰ ਜਾਂ ਤਲਛੱਟੀ ਚਟਾਨਾਂ, ਔਰ ਤੀਸਰਾ ਰੂਪਾਂਤਰਿਤ ਚਟਾਨਾਂ, ਜਿਨ੍ਹਾਂ ਦਾ ਰੂਪਾਂਤਰਨ ਤਾਪੀ ਵੀ ਹੋ ਸਕਦਾ ਹੈ ਜਾਂ ਖੇਤਰੀ ਵੀ ਹੋ ਸਕਦਾ ਹੈ। ਤੁਹਾਡੀ ਸਕਰੀਨ 'ਤੇ ਬਿਲਕੁਲ ਨੀਚੇ ਇੱਕ ਵਾਕ ਲਿਖਿਆ ਹੋਇਆ ਹੈ। ਹੁਣ ਆਪਾਂ ਇਹਦੇ ਵਿੱਚ ਖਾਲੀ ਥਾਂ ਭਰਾਂਗੇ। ਉਹ ਸਾਰੇ ਪਦਾਰਥ ਜਿਨ੍ਹਾਂ ਤੋਂ ਧਰਤੀ ਦਾ ਚਾਪੜ ਬਣਿਆ ਹੋਇਆ ਹੈ, ਉਹ ਸਾਰੇ ਪਦਾਰਥ ਜਿਨ੍ਹਾਂ ਤੋਂ ਧਰਤੀ ਦਾ ਚਾਪੜ ਬਣਿਆ ਹੋਇਆ ਹੈ ਨੂੰ ਡੈਸ਼ ਆਖਦੇ ਹਨ। ਕੀ ਆਖਦੇ ਹਨ? ਉਸ ਨੂੰ ਚਟਾਨਾਂ ਆਖਦੇ ਹਨ। ਤਾਂ ਧਰਤੀ ਦਾ ਚਾਪੜ ਚਟਾਨਾਂ ਤੋਂ ਬਣਿਆ ਹੋਇਆ ਹੈ। ਹੁਣ ਆਪਾਂ ਚਟਾਨਾਂ ਦੀਆਂ ਵੱਖ-ਵੱਖ ਕਿਸਮਾਂ ਇੱਕ ਇੱਕ ਕਰਕੇ ਡਿਟੇਲ ਵਿੱਚ ਦੇਖਾਂਗੇ। ਅਗਨੀ ਚਟਾਨਾਂ। ਅਗੇਨ ਤੁਹਾਡੀ ਸਕਰੀਨ ਦੇ ਉੱਪਰ ਪੀਲੇ ਸ਼ਬਦ ਅਤੇ ਖਾਲੀ ਥਾਵਾਂ, ਤਾਂ ਉਹ ਸ਼ਬਦਾਂ ਵਿੱਚੋਂ ਆਪਾਂ ਖਾਲੀ ਥਾਵਾਂ ਭਰਨੀਆਂ ਹਨ। ਅਗਨੀ ਚਟਾਨਾਂ ਦਾ ਨਿਰਮਾਣ ਪ੍ਰਿਥਵੀ ਦੇ ਡੈਸ਼ ਭਾਗ ਵਿੱਚ, ਪ੍ਰਿਥਵੀ ਦੇ ਅੰਦਰੂਨੀ ਭਾਗ ਵਿੱਚ ਅਤਿਅੰਤ ਗਰਮ ਅਤੇ ਪਿਘਲੇ ਹੋਏ ਲਾਵੇ ਦੇ ਡੈਸ਼ ਹੋ ਕੇ ਠੰਡਾ ਹੋ ਕੇ ਠੋਸ ਹੋਣ ਨਾਲ ਹੋਇਆ ਹੈ। ਹੁਣ ਇਹਨਾਂ ਦੀਆਂ ਕਿਸਮਾਂ ਅਗਨੀ ਚਟਾਨਾਂ ਦੀਆਂ। ਅੰਤਰਵੇਦੀ ਅਗਨੀ ਚਟਾਨਾਂ, ਇਹ ਵੀ ਅੱਗੋਂ 2 ਤਰ੍ਹਾਂ ਦੀਆਂ ਹੁੰਦੀਆਂ। ਉਹਨਾਂ ਅੰਤਰਵੇਦੀ ਅਗਨੀ ਚਟਾਨਾਂ ਦੀਆਂ ਦੋਨਾਂ ਤਰ੍ਹਾਂ ਦੀਆਂ ਕਿਸਮਾਂ ਦੇ ਵਿੱਚ ਜਿਸ ਤਰ੍ਹਾਂ ਦੇ ਪੱਥਰ ਜਾਂ ਚਟਾਨਾਂ ਪਾਈਆਂ ਜਾਂਦੀਆਂ ਨੇ ਜਾਂ ਉਹ ਕਿੱਥੇ ਕਿੱਥੇ ਪਾਈਆਂ ਜਾਂਦੀਆਂ ਉਹ ਦਿੱਤਾ ਹੋਇਆ ਹੈ। ਜਿਵੇਂ ਗ੍ਰੇਨਾਈਟ, ਰਾਂਚੀ ਦਾ ਪਠਾਰ, ਸਿੰਘ ਭੂਮ ਦੀਆਂ ਚਟਾਨਾਂ। ਇਹ ਕਿਹੜੀਆਂ ਅੰਤਰਵੇਦੀ ਚਟਾਨਾਂ ਕਿਸ ਤਰ੍ਹਾਂ ਦੀਆਂ ਹਨ? ਇਹ ਪਾਤਾਲੀ ਅਗਨੀ ਚਟਾਨਾਂ। ਇਸ ਦੇ ਅਗਲਾ ਵਾਕ ਹੈ ਡੈਸ਼ ਅਗਨੀ ਚਟਾਨਾਂ ਦਾਇਕ, ਸਿਲ, ਡੋਲਰਾਈਟ। ਇਹ ਹਨ ਮੱਧਵਰਤੀ ਅਗਨੀ ਚਟਾਨਾਂ। ਜਦੋਂ ਲਾਵਾ ਧਰਤੀ ਦੀ ਪੋਲੀ ਸਤ੍ਹਾ ਨੂੰ ਪਾੜ ਕੇ ਬਾਹਰ ਆ ਜਾਂਦਾ ਹੈ ਤਾਂ ਠੰਡਾ ਹੋ ਕੇ ਡੈਸ਼ ਰੂਪ ਧਾਰਨ ਕਰ ਲੈਂਦਾ ਹੈ, ਠੰਡਾ ਹੋ ਕੇ ਠੋਸ ਰੂਪ ਧਾਰਨ ਕਰ ਲੈਂਦਾ ਹੈ। ਇਸ ਨੂੰ ਜਵਾਲਾਮੁਖੀ ਕਹਿੰਦੇ ਹਨ। ਭਾਰਤ ਦਾ ਦੱਖਣੀ ਪਠਾਰ ਡੈਸ਼ ਤੋਂ ਬਣਿਆ ਹੈ। ਭਾਰਤ ਦਾ ਦੱਖਣੀ ਪਠਾਰ ਅਗਨੀ ਚਟਾਨਾਂ ਤੋਂ ਬਣਿਆ ਹੈ। ਬਾਹਰਵੇਦੀ ਅਗਨੀ ਚਟਾਨਾਂ। ਹੁਣ ਇਹਦੇ ਵਿੱਚ 2 ਅਗਨੀ ਚਟਾਨਾਂ ਦੇ ਨਾਮ ਲਿਖਣੇ ਹਨ ਆਪਾਂ ਪੀਲੇ ਸ਼ਬਦਾਂ ਦੇ ਵਿੱਚੋਂ। ਕਿਹੜੇ ਆ ਬਾਹਰਵੇਦੀ ਅਗਨੀ ਚਟਾਨਾਂ? ਇਹਨਾਂ ਵਿੱਚੋਂ ਬੇਸਾਲਟ ਅਤੇ ਰਾਊਲਾਈਟ। ਹੁਣ ਇਸ ਤੋਂ ਅੱਗੇ ਹਨ ਆਪਣੇ ਕੋਲ ਤਹਿਦਾਰ ਜਾਂ ਤਲਛੱਟੀ ਚਟਾਨਾਂ। ਇਹਦੇ ਵਿੱਚ ਵੀ 3 ਖਾਲੀ ਥਾਵਾਂ ਅਤੇ 3 ਪੀਲੇ ਸ਼ਬਦ। ਡੈਸ਼ ਦੇ ਕਾਰਕਾਂ ਦੁਆਰਾ ਲੈਂਦੀ। ਕਿਸ ਦੇ ਕਾਰਕਾਂ ਦੁਆਰਾ ਲੈਂਦੀ? ਅਨੁਛਾਦਨ ਦੇ ਕਾਰਕਾਂ ਦੁਆਰਾ ਲੈਂਦੀ ਮਿੱਟੀ ਦੇ ਪਰਤਾਂ ਦੇ ਰੂਪ ਵਿੱਚ ਜਮ੍ਹਾਂ ਹੋਣ ਨਾਲ ਬਣਦੀਆਂ ਹਨ। ਤਹਿਦਾਰ ਜਾਂ ਤਲਛੱਟੀ ਚਟਾਨਾਂ ਅਨੁਛਾਦਨ ਦੇ ਕਾਰਕਾਂ ਦੁਆਰਾ ਲਿਆਂਦੀ ਮਿੱਟੀ ਦੇ ਪਰਤਾਂ ਦੇ ਰੂਪ ਵਿੱਚ ਜਮ੍ਹਾਂ ਹੋਣ ਨਾਲ ਬਣਦੀਆਂ ਹਨ। ਇਸ ਤੋਂ ਅੱਗੇ ਹੈ ਆਪਣੇ ਕੋਲ ਰੂਪਾਂਤਰਿਤ ਚਟਾਨਾਂ। ਰੂਪਾਂਤਰਿਤ ਚਟਾਨਾਂ ਨੂੰ ਇੰਗਲਿਸ਼ ਵਿੱਚ ਮੈਟਾਮੋਰਫਿਕ ਕਹਿੰਦੇ ਹਨ। ਮੈਟਾਮੋਰਫਿਕ 2 ਸ਼ਬਦਾਂ ਤੋਂ ਬਣਿਆ ਹੋਇਆ, ਮੈਟਾ ਪਲੱਸ ਮੋਰਫ। ਹੁਣ ਆਪਾਂ ਇਹਦੀ ਪੰਜਾਬੀ ਵਿੱਚ ਅਰਥ ਲੱਭਾਂਗੇ ਮੈਟਾ ਦਾ ਔਰ ਮੋਰਫ ਦਾ। ਮੈਟਾ ਦਾ ਅਰਥ ਹੁੰਦਾ ਹੈ ਬਦਲਾਅ ਜਾਂ ਪਰਿਵਰਤਨ। ਮੋਰਫ ਦਾ ਮਤਲਬ ਹੁੰਦਾ ਹੈ ਰੂਪ। ਤਾਂ ਮੈਟਾਮੋਰਫ ਦਾ ਮਤਲਬ ਹੋ ਗਿਆ ਰੂਪ ਵਿੱਚ ਬਦਲਾਅ, ਯਾਨੀ ਰੂਪਾਂਤਰਨ। ਇਸ ਕਰਕੇ ਇਹਨਾਂ ਨੂੰ ਰੂਪਾਂਤਰਿਤ ਚਟਾਨਾਂ ਕਹਿੰਦੇ ਨੇ। ਰੂਪਾਂਤਰਨ ਦੀਆਂ ਕਿਸਮਾਂ 2 ਹੁੰਦੀਆਂ ਹਨ, ਤਾਪੀ ਅਤੇ ਖੇਤਰੀ। ਯਾਨੀ ਕਿ ਧਰਤੀ ਦੀ ਸਤ੍ਹਾ ਦੇ ਅੰਦਰਲੇ ਪਾਸੇ ਚਟਾਨਾਂ ਦੱਬੀਆਂ ਹੋਈਆਂ ਹਨ। ਧਰਤੀ ਦੇ ਅੰਦਰ ਕਿਉਂਕਿ ਤੁਹਾਨੂੰ ਪਤਾ ਹੈ ਲਾਵੇ ਦੀ ਵਜ੍ਹਾ ਕਰਕੇ ਬਹੁਤ ਜ਼ਿਆਦਾ ਗਰਮੀ ਹੈ। ਉਸ ਗਰਮੀ ਦੇ ਕਰਕੇ ਅੰਦਰ ਦੱਬੀਆਂ ਹੋਈਆਂ ਚਟਾਨਾਂ ਦਾ ਰੂਪ ਜਾਂ ਉਹਨਾਂ ਦੇ ਗੁਣ ਬਦਲ ਜਾਂਦੇ ਹਨ। ਇਸੇ ਤਰੀਕੇ ਨਾਲ ਕਈ ਵਾਰੀ ਚਟਾਨਾਂ ਦੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ ਕਿ ਉਹਨਾਂ ਦੇ ਉੱਪਰ ਵਜ਼ਨ ਬਹੁਤ ਜ਼ਿਆਦਾ, ਦਬਾਅ ਬਹੁਤ ਜ਼ਿਆਦਾ ਹੁੰਦਾ, ਉਹਦੇ ਕਰਕੇ ਵੀ ਕਈ ਵਾਰੀ ਉਹਨਾਂ ਦਾ ਰੂਪ ਬਦਲ ਜਾਂਦਾ ਹੈ।
ਸੋ ਇਹ ਦੋ ਤਰ੍ਹਾਂ ਦਾ ਰੂਪਾਂਤਰਨ ਹੁੰਦਾ, ਇੱਕ ਤਾਪੀ ਜਿਹੜਾ ਧਰਤੀ ਦੇ ਅੰਦਰਲੀ ਹੀਟ ਜਾਂ ਗਰਮੀ ਕਰਕੇ ਹੁੰਦਾ ਹੈ, ਅਤੇ ਖੇਤਰੀ ਜਿਹੜਾ ਚਟਾਨਾਂ ਦੀ ਸਥਿਤੀ ਕਰਕੇ ਹੁੰਦਾ ਹੈ ਕਿ ਉਹਨਾਂ ਦੇ ਉੱਪਰ ਦਬਾਅ ਕਿੰਨਾ ਕੁ ਹੈ। ਉਸ ਤੋਂ ਬਾਅਦ ਆਪਾਂ ਰੂਪਾਂਤਰਿਤ ਚਟਾਨਾਂ ਦੀਆਂ ਕੁਝ ਮਹੱਤਵਪੂਰਨ ਉਦਾਹਰਨਾਂ ਦੇਖ ਰਹੇ ਹਾਂ। ਇਹਦੇ ਵਿੱਚ ਪਹਿਲਾਂ ਆਪਾਂ ਦੇਖਾਂਗੇ ਅਗਨੀ ਚਟਾਨ, ਕਿ ਜਿਹੜੀਆਂ ਅਗਨੀ ਚਟਾਨਾਂ ਹੁੰਦੀਆਂ ਉਹਨਾਂ ਦਾ ਰੂਪ ਕਿਵੇਂ ਬਦਲਦਾ ਹੈ। ਤਾਂ ਮੂਲ ਅਗਨੀ ਚਟਾਨਾਂ ਇਹਦੇ ਵਿੱਚ 4 ਦਿੱਤੀਆਂ ਹੋਈਆਂ ਹਨ। ਉਹਨਾਂ ਦੇ ਸਾਹਮਣੇ 4 ਹੀ ਰੂਪਾਂਤਰਿਤ ਚਟਾਨਾਂ ਦੇ ਨਾਮ ਲਿਖੇ ਹੋਏ ਹਨ, ਪਰ ਇਹ ਜੰਬਲਡ ਹਨ, ਯਾਨੀ ਕਿ ਇਹਨਾਂ ਦਾ ਮਿਲਾਨ ਕਰਾਉਣਾ ਆਪਾਂ, ਠੀਕ ਹੈ। ਸੋ ਮੂਲ ਅਗਨੀ ਚਟਾਨਾਂ ਹੈਗੀਆਂ ਸਾਡੇ ਕੋਲ ਅਬਰਕ, ਗ੍ਰੇਨਾਈਟ, ਬਿਟੂਮੀਨਸ ਅਤੇ ਗੈਬਰੋ। ਇਹਨਾਂ ਦੇ ਸਾਹਮਣੇ ਰੂਪਾਂਤਰਿਤ ਚਟਾਨਾਂ ਲਿਖੀਆਂ ਹੋਈਆਂ ਨਾਈਸ, ਐਂਥਰਾਸਾਈਟ, ਸਰਪੈਂਟਾਈਨ ਔਰ ਸ਼ਿਸ਼ਟ। ਹੁਣ ਆਪਾਂ ਇੱਕ ਇੱਕ ਕਰਕੇ ਵੇਖਦੇ ਹਾਂ। ਅਬਰਕ ਸ਼ਿਸ਼ਟ ਬਣ ਜਾਂਦਾ ਹੈ, ਗ੍ਰੇਨਾਈਟ ਨਾਈਸ ਬਣ ਜਾਂਦਾ ਹੈ, ਬਿਟੂਮੀਨਸ ਐਂਥਰਾਸਾਈਟ ਬਣ ਜਾਂਦਾ ਹੈ, ਅਤੇ ਗੈਬਰੋ ਸਰਪੈਂਟਾਈਨ ਬਣ ਜਾਂਦਾ ਹੈ। ਅਗਨੀ ਤੋਂ ਬਾਅਦ ਆਪਾਂ ਤਹਿਦਾਰ ਚਟਾਨਾਂ ਵੱਲ ਆਉਂਦੇ ਹਾਂ। ਉਹਨਾਂ ਦਾ ਵੀ ਰੂਪ ਬਦਲ ਜਾਂਦਾ ਹੈ। ਸਾਡੇ ਕੋਲ 5 ਤਰ੍ਹਾਂ ਦੀਆਂ ਤਹਿਦਾਰ ਚਟਾਨਾਂ ਲਿਖੀਆਂ ਹੋਈਆਂ ਹਨ: ਰੇਤ ਪੱਥਰ, ਚੂਨਾ ਪੱਥਰ, ਸ਼ੈਲ, ਸਲੇਟ ਔਰ ਪੀਟ। ਔਰ ਇਹਨਾਂ ਦੇ ਸਾਹਮਣੇ ਲਿਖਿਆ ਹੋਇਆ ਹੈ ਸੰਗਮਰਮਰ, ਸਲੇਟ, ਕੁਆਰਟਜ਼ਾਈਟ, ਕੋਲਾ ਔਰ ਫਾਈਲਾਈਟ। ਹੁਣ ਆਪਾਂ ਇੱਕ ਇੱਕ ਕਰਕੇ ਵੇਖਦੇ ਹਾਂ। ਰੇਤ ਪੱਥਰ ਤੋਂ ਬਣ ਜਾਂਦਾ ਹੈ ਕੁਆਰਟਜ਼ਾਈਟ, ਚੂਨਾ ਪੱਥਰ ਤੋਂ ਸੰਗਮਰਮਰ, ਸ਼ੈਲ ਤੋਂ ਸਲੇਟ, ਸਲੇਟ ਤੋਂ ਫਾਈਲਾਈਟ, ਪੀਟ ਤੋਂ ਕੋਲਾ। ਇਹ ਸਨ ਚਟਾਨਾਂ। ਹੁਣ ਮਿੱਟੀ ਦੀ ਗੱਲ ਕਰਾਂਗੇ ਆਪਾਂ। ਮਿੱਟੀ ਬਹੁਤ ਹੀ ਮਹੱਤਵਪੂਰਨ ਭੂਮੀ ਸਾਧਨ ਹੈ, ਕਿਉਂਕਿ ਮਿੱਟੀ ਦੇ ਵਿੱਚ ਹੀ ਅਲੱਗ ਅਲੱਗ ਪ੍ਰਕਾਰ ਦੀ ਬਨਸਪਤੀ ਪੈਦਾ ਹੁੰਦੀ ਹੈ, ਜਿਹੜੀ ਮਨੁੱਖਾਂ ਅਤੇ ਹੋਰ ਜੀਵ ਜੰਤੂਆਂ ਦੇ ਲਈ ਉਹਨਾਂ ਦਾ ਭੋਜਨ ਦਾ ਕੰਮ ਕਰਦੀ ਹੈ। ਸੋ ਬੱਚੋ, ਇਹ ਮਿੱਟੀ ਦਾ ਇਹ ਮਹੱਤਵ ਹੀ ਹੈ, ਜਿਸ ਤੋਂ ਸਾਨੂੰ ਇਹ ਪਤਾ ਚੱਲਦਾ ਕਿ ਪੁਰਾਤਨ ਸੱਭਿਅਤਾਵਾਂ ਦਾ ਜਨਮ ਅਤੇ ਵਿਕਾਸ ਵੀ ਸੰਸਾਰ ਦੀਆਂ ਉਪਜਾਊ ਨਦੀ ਘਾਟੀਆਂ ਵਿੱਚ ਹੀ ਹੋਇਆ, ਕਿਉਂਕਿ ਉਹਨਾਂ ਨਦੀ ਘਾਟੀਆਂ ਵਿੱਚ ਮਿੱਟੀ ਉਪਜਾਊ ਸੀ, ਇਸ ਕਰਕੇ ਉੱਥੇ ਫਸਲਾਂ ਹੋ ਸਕਦੀਆਂ। ਇਸੇ ਕਰਕੇ ਸ਼ੁਰੂ ਦੇ ਵਿੱਚ ਮਨੁੱਖ ਦਾ ਵਸੇਬਾ ਉਹਨਾਂ ਹੀ ਥਾਵਾਂ ਦੇ ਉੱਪਰ ਹੋਇਆ ਸੀ। ਉਪਜਾਊ ਮਿੱਟੀ ਦੇਸ਼ ਦੀ ਬਹੁਤ ਵੱਡੀ ਸੰਪਤੀ ਹੁੰਦੀ ਹੈ, ਔਰ ਇਹਦਾ ਸਬੂਤ ਇਹੀ ਹੈ ਕਿ ਭਾਰਤ ਜਿਹੜਾ ਹੈ ਉਹ ਆਪਣੀ ਉਪਜਾਊ ਮਿੱਟੀ ਦੇ ਸਦਕਾ ਹੀ ਆਪਣੀ ਇੰਨੀ ਵੱਡੀ ਵਸੋਂ ਦੇ ਲਈ ਭੋਜਨ ਪੈਦਾ ਕਰ ਸਕਿਆ ਹੈ। ਹੁਣ ਮਿੱਟੀ ਦੀ ਬਣਤਰ ਦੀ ਗੱਲ ਕਰ ਲਈਏ। ਅਗੇਨ ਕੁਝ ਪੀਲੇ ਸ਼ਬਦ ਅਤੇ ਖਾਲੀ ਥਾਵਾਂ। ਧਰਾਤਲ ਉਤਲਾ ਉਹ ਭਾਗ ਜਿਹੜਾ ਡੈਸ਼ ਦੀ ਟੁੱਟ ਭੱਜ ਤੋਂ ਬਣਦਾ ਹੈ, ਜਿਹੜਾ ਚਟਾਨਾਂ ਦੀ ਟੁੱਟ ਭੱਜ ਤੋਂ ਬਣਦਾ ਹੈ, ਉਸਨੂੰ ਮਿੱਟੀ ਕਹਿੰਦੇ ਹਨ। ਯਾਨੀ ਕਿ ਮਿੱਟੀ ਚਟਾਨਾਂ ਦੀ ਟੁੱਟ ਭੱਜ ਤੋਂ ਬਣਦੀ ਹੈ। ਅਗਲਾ, ਲੰਬੇ ਸਮੇਂ ਤੱਕ ਭੌਤਿਕ ਡੈਸ਼ ਅਤੇ ਡੈਸ਼ ਕਿਰਿਆਵਾਂ, ਭੌਤਿਕ, ਰਸਾਇਣਕ ਅਤੇ ਜੈਵਿਕ ਕਿਰਿਆਵਾਂ ਰਾਹੀਂ ਬਣਦੀ ਹੈ। ਹੁਣ ਮਿੱਟੀ ਵਿੱਚ ਅੱਗੋਂ 2 ਤਰ੍ਹਾਂ ਦੇ ਤੱਤ ਹੁੰਦੇ ਨੇ: ਡੈਸ਼ ਪਦਾਰਥ ਅਤੇ ਡੈਸ਼ ਖਣਿਜ ਪਦਾਰਥ ਅਤੇ ਮੱਲੜ। ਉਸ ਤੋਂ ਬਾਅਦ ਸਨ ਆਪਣੇ ਕੋਲ ਮਿੱਟੀ ਦੀ ਬਣਤਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ। ਸਾਡੇ ਕੋਲ 4 ਤਰ੍ਹਾਂ ਦੇ ਕਾਰਕ ਲਿਖੇ ਹੋਏ ਹਨ। ਸੱਜੇ ਪਾਸੇ ਉੱਪਰ ਤੋਂ ਲੱਗਦੇ ਹਾਂ ਆਪਾਂ ਬਨਸਪਤੀ, ਨਦੀਆਂ, ਮੂਲ ਚਟਾਨ, ਜਲਵਾਯੂ, ਜਿਹੜੇ ਮਿੱਟੀ ਦੀ ਬਣਤਰ ਨੂੰ ਪ੍ਰਭਾਵਿਤ ਕਰਦੇ ਹਨ। ਹੁਣ ਇਹਨਾਂ ਦੇ ਆਧਾਰ 'ਤੇ ਮਿੱਟੀ ਦੀਆਂ ਕਿਸਮਾਂ ਅਲੱਗ-ਅਲੱਗ ਹੋ ਜਾਂਦੀਆਂ। ਤਾਂ ਮਿੱਟੀ ਦੀਆਂ 6 ਕਿਸਮਾਂ ਤੁਸੀਂ ਪੜ੍ਹੀਆਂ ਸੀ, ਉਹਨਾਂ ਦੇ ਨਾਮ ਯਾਦ ਕਰੋ ਕਿਹੜੇ ਕਿਹੜੇ ਸਨ। ਮੈਂ ਇੱਕ ਇੱਕ ਕਰਕੇ ਬੋਲ ਰਿਹਾ ਹਾਂ। ਜਲੌੜ ਮਿੱਟੀ, ਕਾਲੀ ਮਿੱਟੀ ਜਿਸ ਨੂੰ ਰੇਗੜ ਵੀ ਕਹਿ ਦਿੰਦੇ ਨੇ, ਲਾਲ ਮਿੱਟੀ, ਲੈਟਰਾਈਟ ਮਿੱਟੀ, ਖੁਸ਼ਕ ਰੇਤਲੀ ਮਿੱਟੀ ਔਰ ਪਰਬਤੀ ਮਿੱਟੀ। ਹੁਣ ਇੱਕ ਇੱਕ ਕਰਕੇ ਇਹਨਾਂ ਕਿਸਮਾਂ ਦੀ ਵੀ ਗੱਲ ਕਰ ਲਈਏ। ਜਲੌੜ ਮਿੱਟੀ। ਹੁਣ ਅਗੇਨ ਕੁਝ ਪੀਲੇ ਸ਼ਬਦ ਅਤੇ ਕੁਝ ਖਾਲੀ ਥਾਵਾਂ ਨੇ। ਸੰਸਾਰ ਦੀ ਸਭ ਤੋਂ ਵੱਧ ਉਪਜਾਊ ਮਿੱਟੀ। ਇਸ ਦਾ ਨਿਰਮਾਣ ਦਰਿਆਵਾਂ ਦੁਆਰਾ ਲਿਆਂਦੀ ਗਈ ਬਰੀਕ ਮਿੱਟੀ ਦੇ ਡੈਸ਼ ਨਾਲ ਹੁੰਦਾ ਹੈ, ਨਿਖੇਪਣ ਨਾਲ ਹੁੰਦਾ ਹੈ। ਨਵੀਂ ਮਿੱਟੀ ਅਤੇ ਪੁਰਾਣੀ ਮਿੱਟੀ। ਬੱਚੋ, ਜਲੌੜ ਮਿੱਟੀ ਜਦੋਂ ਨਵੀਂ ਹੁੰਦੀ ਹੈ ਤਾਂ ਬਹੁਤ ਬਰੀਕ ਹੁੰਦੀ ਹੈ, ਇਸ ਨੂੰ ਇੱਕ ਖਾਸ ਨਾਂ ਦਿੱਤਾ ਜਾਂਦਾ ਹੈ। ਜਦੋਂ ਪੁਰਾਣੀ ਹੋ ਜਾਂਦੀ ਹੈ ਤਾਂ ਇਹ ਨਾਲ ਥੋੜ੍ਹੀ ਮੋਟੀ ਵੀ ਹੋ ਜਾਂਦੀ ਹੈ, ਸੰਘਣੀ ਹੋ ਜਾਂਦੀ ਹੈ, ਤਾਂ ਇਸ ਦਾ ਨਾਂ ਬਦਲ ਜਾਂਦਾ ਹੈ। ਜਦੋਂ ਨਵੀਂ ਜਲੌੜ ਮਿੱਟੀ ਹੁੰਦੀ ਹੈ ਤਾਂ ਇਸ ਨੂੰ ਉਸ ਵੇਲੇ ਖਾਡਰ ਕਿਹਾ ਜਾਂਦਾ ਹੈ। ਜਦੋਂ ਪੁਰਾਣੀ ਹੋ ਜਾਂਦੀ ਹੈ ਤਾਂ ਇਸ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਤੋਂ ਅੱਗੇ ਹੈ ਕਾਲੀ ਮਿੱਟੀ। ਇਸ ਦਾ ਨਿਰਮਾਣ ਡੈਸ਼ ਨਾਲ ਹੋਇਆ ਹੈ। ਕਾਲੀ ਮਿੱਟੀ ਦਾ ਨਿਰਮਾਣ ਜਵਾਲਾਮੁਖੀਆਂ ਨਾਲ ਹੋਇਆ ਹੈ। ਜਵਾਲਾਮੁਖੀ ਦੇ ਨਾਲ ਜਦੋਂ ਲਾਵਾ ਫੁੱਟ ਕੇ ਬਾਹਰ ਆਉਂਦਾ, ਬਹੁਤ ਜ਼ਿਆਦਾ ਗਰਮ ਹੁੰਦਾ, ਉਹ ਬਿਲਕੁਲ ਉਹ ਸਾਰੀਆਂ ਚਟਾਨਾਂ ਨੂੰ ਸਾੜ ਦਿੰਦਾ ਉਹ। ਤਾਂ ਉਹ ਜਦੋਂ ਕੋਈ ਚੀਜ਼ ਸੜ ਜਾਂਦੀ ਤਾਂ ਉਹਦਾ ਰੰਗ ਕਾਲਾ ਹੋ ਜਾਂਦਾ।
ਸੋ ਇਸ ਕਰਕੇ ਇਹ ਕਾਲੀ ਮਿੱਟੀ ਜਿਹੜੀ ਹੈ ਇਹ ਜਵਾਲਾਮੁਖੀਆਂ ਤੋਂ ਇਸ ਦਾ ਨਿਰਮਾਣ ਹੋਇਆ ਹੈ। ਇਹ ਮਿੱਟੀ ਕਾਲੇ ਰੰਗ ਦੀ ਹੁੰਦੀ ਹੈ ਅਤੇ ਨਮੀ ਨੂੰ ਡੈਸ਼ ਸਮੇਂ ਤੱਕ ਸੁਰੱਖਿਅਤ ਰੱਖ ਸਕਦੀ ਹੈ। ਨਮੀ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖ ਸਕਦੀ ਹੈ। ਇਹ ਮਿੱਟੀ ਡੈਸ਼ ਦੀ ਖੇਤੀ ਲਈ ਢੁਕਵੀਂ ਮੰਨੀ ਜਾਂਦੀ ਹੈ। ਕਾਲੀ ਮਿੱਟੀ ਕਪਾਹ ਦੀ ਖੇਤੀ ਲਈ ਢੁਕਵੀਂ ਮੰਨੀ ਜਾਂਦੀ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਵਰਗੇ ਗਰਮ ਅਤੇ ਡੈਸ਼ ਖੇਤਰ, ਗਰਮ ਅਤੇ ਖੁਸ਼ਕ ਖੇਤਰਾਂ ਦੇ ਵਿੱਚ ਇਹ ਮਿੱਟੀ ਪਾਈ ਜਾਂਦੀ ਹੈ। ਉਸ ਤੋਂ ਅੱਗੇ ਲਾਲ ਮਿੱਟੀ। ਇੱਕ ਵਾਰੀ ਫੇਰ ਕੁਝ ਪੀਲੇ ਸ਼ਬਦ ਸਕਰੀਨ ਦੇ ਥੱਲੇ ਅਤੇ ਕੁਝ ਖਾਲੀ ਥਾਵਾਂ। ਬੱਚੋ ਜਦੋਂ ਵੀ ਖਾਲੀ ਥਾਵਾਂ ਤੁਸੀਂ ਭਰਨੀਆਂ ਤਾਂ ਨੀਚੇ ਸ਼ਬਦ ਜ਼ਰੂਰ ਪੜ੍ਹ ਲਿਆ ਕਰੋ ਤਾਂ ਕਿ ਤੁਹਾਨੂੰ ਉਹਦੇ ਨਾਲ ਆਸਾਨੀ ਹੋ ਜਾਏਗੀ ਕਿ ਕਿਹੜੀ ਖਾਲੀ ਥਾਂ ਵਿੱਚ ਕੀ ਆਉਣਾ। ਜਿਵੇਂ ਪਹਿਲਾ ਹੈ, ਇਹ ਮਿੱਟੀ ਡੈਸ਼ ਤੋਂ ਬਣੀ ਹੈ। ਥੱਲੇ 3 ਆਪਸ਼ਨਸ ਆ ਆਪਣੇ ਕੋਲ, ਲੋਹਾ, ਆਕਸਾਈਡ, ਅਗਨੀ ਚਟਾਨਾਂ ਅਤੇ ਦੱਖਣੀ ਅਤੇ ਪੂਰਬੀ। ਤਾਂ ਇਹ ਮਿੱਟੀ ਅਗਨੀ ਚਟਾਨਾਂ ਤੋਂ ਬਣੀ ਹੈ, ਲਾਲ ਮਿੱਟੀ। ਅਗਲਾ ਵਾਕ ਹੈ, ਡੈਸ਼ ਦੀ ਅਧਿਕਤਾ ਕਾਰਨ ਲਾਲ ਰੰਗ ਹੈ ਇਸਦਾ। ਲੋਹਾ ਆਕਸਾਈਡ ਦੀ ਅਧਿਕਤਾ ਕਾਰਨ, ਆਇਰਨ ਆਕਸਾਈਡ ਵੀ ਕਹਿ ਸਕਦੇ ਹਾਂ। ਭਾਰਤ ਦੇ ਡੈਸ਼ ਭਾਗਾਂ ਦੇ ਗਰਮ ਅਤੇ ਖੁਸ਼ਕ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਭਾਰਤ ਦੇ ਦੱਖਣੀ ਅਤੇ ਪੂਰਬੀ ਭਾਗਾਂ ਦੇ ਗਰਮ ਅਤੇ ਖੁਸ਼ਕ ਇਲਾਕਿਆਂ ਵਿੱਚ ਉਹਨਾਂ ਇਲਾਕਿਆਂ ਦੇ ਨਾਮ ਵੀ ਲਿਖੇ ਹੋਏ ਨੇ, ਤੇਲੰਗਾਨਾ, ਓਡੀਸ਼ਾ ਔਰ ਤਮਿਲਨਾਡੂ। ਇਹ ਨਾਮ ਤੁਹਾਨੂੰ ਇਸ ਲਈ ਦੱਸ ਰਿਹਾ ਬੱਚੋ ਨਾਲ ਨਾਲ ਮੈਂ, ਤਾਂ ਕਿ ਤੁਹਾਨੂੰ ਨਕਸ਼ਾ ਭਰਨ ਦੇ ਵਿੱਚ ਆਸਾਨੀ ਰਹੇ। ਇਸ ਤੋਂ ਅੱਗੇ ਹੈ ਲੈਟਰਾਈਟ ਮਿੱਟੀ। ਲੈਟਰਾਈਟ ਮਿੱਟੀ ਦੀਆਂ ਵਿਸ਼ੇਸ਼ਤਾਵਾਂ। ਇਹ ਮਿੱਟੀ ਗਰਮ ਅਤੇ ਡੈਸ਼ ਪ੍ਰਦੇਸ਼ਾਂ ਵਿੱਚ ਪਾਈ ਜਾਂਦੀ ਹੈ ਜਿੱਥੇ ਭਾਰੀ ਮੌਸਮੀ ਵਰਖਾ ਹੋਵੇ। ਇੱਥੇ ਕੀ ਆਊਗਾ ਖਾਲੀ ਥਾਂ ਦੇ ਵਿੱਚ? ਆਪਾਂ ਨੀਚੇ ਦੇਖਦੇ ਹਾਂ, ਸਾਡੇ ਕੋਲ 3 ਆਪਸ਼ਨਸ ਹੈ, ਲੀਚਿੰਗ, ਵਧੀਆ ਅਤੇ ਸਿੱਲੇ। ਤਾਂ ਇੱਥੇ ਆਊਗਾ ਗਰਮ ਅਤੇ ਸਿੱਲੇ ਪ੍ਰਦੇਸ਼ਾਂ ਵਿੱਚ ਪਾਈ ਜਾਂਦੀ ਹੈ। ਅਗਲਾ ਵਾਕ ਹੈ, ਭਾਰੀ ਵਰਖਾ ਅਤੇ ਉੱਚੇ ਤਾਪਮਾਨ ਕਾਰਨ ਮਿੱਟੀ ਦੀ ਉੱਪਰਲੀ ਤਹਿ ਦੇ ਪੌਸ਼ਟਿਕ ਤੱਤਾਂ ਦੇ ਘੁਲ ਕੇ ਨੀਚੇ ਜਾਣ ਦੀ ਕਿਰਿਆ ਨੂੰ ਡੈਸ਼ ਕਹਿੰਦੇ ਹਨ। ਭਾਰੀ ਵਰਖਾ ਅਤੇ ਉੱਚੇ ਤਾਪਮਾਨ ਕਾਰਨ ਮਿੱਟੀ ਦੀ ਉੱਪਰਲੀ ਤਹਿ ਦੇ ਪੌਸ਼ਟਿਕ ਤੱਤਾਂ ਦੇ ਘੁਲ ਕੇ ਨੀਚੇ ਜਾਣ ਦੀ ਕਿਰਿਆ ਨੂੰ ਲੀਚਿੰਗ ਕਹਿੰਦੇ ਹਨ। ਨੈਕਸਟ, ਇਹ ਮਿੱਟੀ ਭਵਨ ਨਿਰਮਾਣ ਲਈ ਡੈਸ਼ ਵਧੀਆ, ਭਵਨ ਨਿਰਮਾਣ ਲਈ ਵਧੀਆ ਹੁੰਦੀ ਹੈ ਮਿੱਟੀ। ਔਰ ਇਹ ਮਿੱਟੀ ਜਿੱਥੇ ਪਾਈ ਜਾਂਦੀ ਹੈ ਉਹਨਾਂ ਇਲਾਕਿਆਂ ਦੇ ਨਾਮ ਅੱਗੇ ਲਿਖੇ ਹੋਏ ਨੇ, ਪੱਛਮੀ ਘਾਟ, ਛੋਟਾ ਨਾਗਪੁਰ ਦਾ ਪਠਾਰ ਅਤੇ ਉੱਤਰ ਪੂਰਬੀ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਲੈਟਰਾਈਟ ਮਿੱਟੀ ਪਾਈ ਜਾਂਦੀ ਹੈ। ਹੁਣ ਸਾਡੇ ਕੋਲ ਆ ਗਿਆ ਖੁਸ਼ਕ ਰੇਤਲੀ ਮਿੱਟੀ। ਅਗੇਨ 4 ਪੀਲੇ ਸ਼ਬਦ ਅਤੇ 4 ਖਾਲੀ ਥਾਵਾਂ। ਇਸ ਮਿੱਟੀ ਨੂੰ ਡੈਸ਼ ਮਿੱਟੀ ਵੀ ਕਿਹਾ ਜਾਂਦਾ ਹੈ। ਰੇਤਲੀ ਮਿੱਟੀ ਨੂੰ ਬਾਲੂਈ ਮਿੱਟੀ ਵੀ ਕਿਹਾ ਜਾਂਦਾ ਹੈ। ਬਾਲੂਈ, ਇਹ ਬਾਲੂ ਤੋਂ ਬਣਿਆ ਹੈ। ਹਿੰਦੀ ਵਿੱਚ ਰੇਤ ਨੂੰ ਬਾਲੂ ਕਿਹਾ ਜਾਂਦਾ ਹੈ, ਇਸ ਕਰਕੇ ਪੰਜਾਬੀ ਵਿੱਚ ਆਪਾਂ ਰੇਤਲੀ ਕਹਿੰਦੇ ਹਾਂ, ਹਿੰਦੀ ਦੇ ਵਿੱਚ ਇਸ ਨੂੰ ਬਾਲੂਈ ਮਿੱਟੀ ਕਿਹਾ ਜਾਂਦਾ ਹੈ। ਇਹ ਮਿੱਟੀ ਰਾਜਸਥਾਨ ਅਤੇ ਗੁਜਰਾਤ ਦੇ ਡੈਸ਼ ਖੇਤਰਾਂ ਵਿੱਚ ਪਾਈ ਜਾਂਦੀ ਹੈ। ਰਾਜਸਥਾਨ ਅਤੇ ਗੁਜਰਾਤ ਦੇ ਮਾਰੂਥਲੀ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਹ ਮਿੱਟੀ ਡੈਸ਼ ਦੀ ਮਾਤਰਾ ਘੱਟ ਹੋਣ ਕਰਕੇ ਖੇਤੀ ਲਈ ਡੈਸ਼ ਨਹੀਂ ਹੈ। ਤਾਂ ਮਿੱਟੀ ਵਿੱਚ ਕੋਈ ਤੱਤ ਇਹੋ ਜਿਹਾ ਹੁੰਦਾ ਹੈ, ਉਹ ਕਿਹੜਾ? ਹਿਊਮਸ ਦੀ ਮਾਤਰਾ ਘੱਟ ਹੋਣ ਕਰਕੇ ਖੇਤੀ ਲਈ ਉਪਜਾਊ ਨਹੀਂ ਹੈ। ਹਿਊਮਸ ਬਾਰੇ ਤੁਹਾਨੂੰ ਦੱਸਦੇ ਹਾਂ ਬੱਚੋ। ਹਿਊਮਸ ਦਾ ਮਤਲਬ ਹੁੰਦਾ ਹੈ ਗਲੀ ਸੜੀ ਬਨਸਪਤੀ। ਮਿੱਟੀ ਦੇ ਵਿੱਚ ਬਹੁਤ ਸਾਰੇ ਪੌਦੇ, ਘਾਹ ਵਗੈਰਾ ਉੱਗੇ ਹੁੰਦੇ ਨੇ। ਜਦੋਂ ਉਹ ਪੌਦੇ ਅਤੇ ਘਾਹ ਮਰ ਜਾਂਦੇ ਹਨ, ਸੁੱਕ ਜਾਂਦੇ ਆ, ਕੱਟੇ ਜਾਂਦੇ ਹਨ ਜਾਂ ਕਿਸੇ ਵੀ ਰੂਪ ਵਿੱਚ ਧਰਤੀ ਉੱਪਰ ਡਿੱਗ ਜਾਂਦੇ ਆ, ਮਿੱਟੀ ਵਿੱਚ ਮਿਲ ਜਾਂਦੇ ਨੇ, ਤਾਂ ਉਹ ਹੌਲੀ ਹੌਲੀ ਗਲ ਸੜ ਜਾਂਦੇ ਆ। ਉਹ ਗਲ ਸੜ ਕੇ ਮਿੱਟੀ ਦਾ ਹੀ ਭਾਗ ਬਣ ਜਾਂਦੇ ਆ, ਉਹਨਾਂ ਨੂੰ ਹਿਊਮਸ ਕਹਿੰਦੇ ਆ। ਔਰ ਹਿਊਮਸ ਮਿੱਟੀ ਵਿੱਚ ਜਿੰਨਾ ਜ਼ਿਆਦਾ ਹੋਵੇ ਉਹ ਮਿੱਟੀ ਓਨੀ ਹੀ ਜ਼ਿਆਦਾ ਉਪਜਾਊ ਹੁੰਦੀ ਹੈ। ਸੋ ਖੁਸ਼ਕ ਅਤੇ ਰੇਤਲੀ ਮਿੱਟੀ ਜਿਹੜੀ ਹੈ ਇਹਦੇ ਵਿੱਚ ਹਿਊਮਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਕਰਕੇ ਇਹ ਖੇਤੀ ਲਈ ਉਪਜਾਊ ਨਹੀਂ ਹੁੰਦੀ। ਇਸ ਤੋਂ ਅੱਗੇ ਹੈ ਸਾਡੇ ਕੋਲ ਪਰਬਤੀ ਮਿੱਟੀ। ਪਰਬਤੀ ਮਿੱਟੀ ਡੈਸ਼ ਤੱਤਾਂ ਵਿੱਚ ਧਨੀ ਹੈ। ਹੁਣ ਖਾਲੀ ਥਾਂ ਭਰਨ ਵਾਸਤੇ ਨੀਚੇ ਪੀਲੇ ਸ਼ਬਦਾਂ ਨੂੰ ਦੇਖੋ, ਹਿਮਾਲਿਆਈ, ਲੋਹਾ, ਪਤਲੀ ਚਾਹ। ਪਰਬਤੀ ਮਿੱਟੀ ਲੋਹਾ ਤੱਤਾਂ ਵਿੱਚ ਧਨੀ ਹੈ, ਆਇਰਨ ਹੁੰਦਾ ਇਹਦੇ ਵਿੱਚ। ਇਹ ਭਾਰਤ ਦੇ ਡੈਸ਼ ਪ੍ਰਾਂਤਾਂ ਵਿੱਚ ਪਾਈ ਜਾਂਦੀ ਹੈ। ਭਾਰਤ ਦੇ ਹਿਮਾਲਿਆਈ ਪ੍ਰਾਂਤ, ਯਾਨੀ ਕਿ ਜਿਹੜੇ ਪ੍ਰਾਂਤ ਹਿਮਾਲਿਆ ਪਰਬਤ ਦੇ ਖੇਤਰਾਂ ਵਿੱਚ ਪੈਂਦੇ ਆ। ਇਹ ਮਿੱਟੀ ਘੱਟ ਡੂੰਘੀ ਅਤੇ ਡੈਸ਼ ਤਹਿ ਵਾਲੀ ਹੁੰਦੀ ਹੈ। ਘੱਟ ਡੂੰਘੀ ਅਤੇ ਪਤਲੀ ਤਹਿ ਵਾਲੀ ਹੁੰਦੀ ਹੈ। ਇਸ ਮਿੱਟੀ ਵਿੱਚ ਡੈਸ਼ ਦੀ ਖੇਤੀ ਕੀਤੀ ਜਾਂਦੀ ਹੈ। ਇਸ ਮਿੱਟੀ ਵਿੱਚ ਚਾਹ ਦੀ ਖੇਤੀ ਕੀਤੀ ਜਾਂਦੀ ਹੈ, ਪਰਬਤੀ ਮਿੱਟੀ ਵਿੱਚ। ਹੁਣ ਬੱਚੋ ਆਪਣੇ ਕੋਲ ਆ ਗਿਆ ਨਕਸ਼ਾ। ਸੋ ਇਹ ਭਾਰਤ ਦੇ ਨਕਸ਼ੇ ਵਿੱਚ ਤੁਸੀਂ 6 ਤਰ੍ਹਾਂ ਦੀ ਮਿੱਟੀ ਦੇਖ ਰਹੇ ਹੋ। ਪਹਿਲਾਂ ਨਕਸ਼ੇ ਦੇ ਨੀਚੇ ਦੇਖੋ, ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਰਹੇ ਹੋ
6 ਨਾਮ ਲਿਖੇ ਹੋਏ ਹਨ। ਜਲੌੜ ਮਿੱਟੀ, ਲਾਲ ਮਿੱਟੀ, ਕਾਲੀ ਮਿੱਟੀ, ਲੈਟਰਾਈਟ ਮਿੱਟੀ, ਖੁਸ਼ਕ ਰੇਤੀਲੀ ਮਿੱਟੀ ਔਰ ਪਰਬਤੀ ਮਿੱਟੀ। ਇਹਨਾਂ ਦੇ ਨਾਲ ਨਿੱਕੀਆਂ ਨਿੱਕੀਆਂ ਡੱਬੀਆਂ ਬਣੀਆਂ ਹੋਈਆਂ ਲੈਫਟ ਸਾਈਡ 'ਤੇ ਖੱਬੇ ਪਾਸੇ, ਅਲੱਗ-ਅਲੱਗ ਰੰਗ ਕੀਤੇ ਹੋਏ। ਜਿਵੇਂ ਜਲੌੜ ਮਿੱਟੀ ਦੇ ਖੱਬੇ ਪਾਸੇ ਡੱਬੇ ਵਿੱਚ ਹਰਾ ਰੰਗ ਕੀਤਾ ਹੋਇਆ ਹੈ, ਤਾਂ ਇਸ ਦਾ ਭਾਵ ਇਹ ਹੋਇਆ ਕਿ ਭਾਰਤ ਦੇ ਨਕਸ਼ੇ ਵਿੱਚ ਜਿੱਥੇ ਜਿੱਥੇ ਹਰਾ ਰੰਗ ਦਿਖਾਈ ਦੇ ਰਿਹਾ ਹੈ ਉੱਥੇ ਜਲੌੜ ਮਿੱਟੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਜਲੌੜ ਮਿੱਟੀ ਭਾਰਤ ਦੇ ਨਕਸ਼ੇ ਵਿੱਚ ਕਿੱਥੇ ਕਿੱਥੇ ਹੈ। ਇਹ ਦੇਖੋ ਤੁਸੀਂ, ਇਹ ਹਰਾ ਹਰਾ ਰੰਗ ਜਿੱਥੇ ਜਿੱਥੇ ਚੱਲ ਰਿਹਾ ਹੈ, ਇਹ ਸਾਰਾ ਖੇਤਰ ਜਲੌੜ ਮਿੱਟੀ ਦਾ ਖੇਤਰ ਹੈ। ਭਾਰਤ ਵਿੱਚ ਇਹ ਵੀ ਹੈ, ਇਸ ਜਗ੍ਹਾ ਦੇ ਉੱਪਰ ਵੀ ਹੈ। ਇਹ ਵਿੱਚ ਵੀ ਥੋੜ੍ਹੇ ਥੋੜ੍ਹੇ ਖੇਤਰ ਹੈ, ਇਹ ਸਾਰੇ ਜਲੌੜ ਮਿੱਟੀ ਦਾ ਖੇਤਰ ਹੈ। ਉਸ ਤੋਂ ਅੱਗੇ ਸਾਡੇ ਕੋਲ ਲਾਲ ਮਿੱਟੀ। ਲਾਲ ਮਿੱਟੀ ਦੇ ਵਿੱਚ ਡੱਬੀ ਦੇ ਵਿੱਚ ਦੇਖੋ ਲਾਲ ਰੰਗ ਕੀਤਾ ਹੋਇਆ। ਸੋ ਇਹ ਲਾਲ ਮਿੱਟੀ ਜਿਹੜੀ ਹੈ, ਇਹ ਇਹਨਾਂ ਖੇਤਰਾਂ ਦੇ ਵਿੱਚ, ਸਾਰੇ ਖੇਤਰ ਦੇ ਵਿੱਚ ਲਾਲ ਮਿੱਟੀ ਪਾਈ ਜਾਂਦੀ ਹੈ। ਉਸ ਤੋਂ ਬਾਅਦ ਹੈ ਕਾਲੀ ਮਿੱਟੀ, ਜਿਹੜੀ ਗ੍ਰੇ ਰੰਗ ਦੇ ਵਿੱਚ ਦਿਖਾਈ ਹੋਈ ਹੈ। ਇਹ ਸਾਰਾ ਖੇਤਰ ਹੈ ਜਿਹੜਾ, ਇਹ ਕਾਲੀ ਮਿੱਟੀ ਦਾ ਖੇਤਰ ਹੈ। ਫਿਰ ਸਾਡੇ ਕੋਲ ਆ ਗਈ ਲੈਟਰਾਈਟ ਮਿੱਟੀ, ਜਿਹੜੀ ਲਗਭਗ ਪੀਲੇ ਰੰਗ ਦੇ ਵਿੱਚ ਦਿਖਾਈ ਹੋਈ ਹੈ। ਇਹ ਵਾਲਾ ਹੋ ਗਿਆ ਖੇਤਰ, ਔਰ ਇਹ ਸਾਰਾ ਖੇਤਰ ਜਿਹੜਾ ਲੈਟਰਾਈਟ ਮਿੱਟੀ ਦਾ ਖੇਤਰ ਹੈ। ਫਿਰ ਸਾਡੇ ਕੋਲ ਹੈ ਖੁਸ਼ਕ ਰੇਤੀਲੀ ਮਿੱਟੀ। ਖੁਸ਼ਕ ਰੇਤੀਲੀ ਮਿੱਟੀ ਜਿਹੜੀ ਹੈ ਕਰੀਮ ਕਲਰ ਦੇ ਵਿੱਚ ਦਿਖਾਈ ਹੋਈ ਹੈ, ਇਹ ਇਸ ਜਗ੍ਹਾ ਦੇ ਉੱਤੇ ਰੇਤਲੀ ਮਿੱਟੀ, ਰਾਜਸਥਾਨ ਅਤੇ ਗੁਜਰਾਤ ਦੇ ਮਾਰੂਥਲੀ ਹਿੱਸਿਆਂ ਵਿੱਚ। ਦੈਨ ਸਾਡੇ ਕੋਲ ਹੈ ਪਰਬਤੀ ਮਿੱਟੀ, ਜਿਹੜੀ ਬਿਲਕੁਲ ਭਾਰਤ ਦੇ ਉੱਤਰ ਦੇ ਵਿੱਚ ਜਿਹੜੇ ਪਹਾੜੀ ਰਾਜ ਹੈ, ਆਹ ਸਾਰੇ ਹਿਮਾਲਿਆ ਪਰਬਤ ਦੇ ਪੈਰਾਂ ਵਿੱਚ ਰਹਿੰਦੇ ਨੇ, ਇਹ ਸਾਰੇ ਰਾਜਾਂ ਦੇ ਵਿੱਚ, ਔਰ ਇਹ ਇਹਦੇ ਨਾਲ ਨਾਲ ਘੁੰਮ ਕੇ ਸੱਜੇ ਪਾਸੇ ਇੱਥੋਂ ਤੱਕ ਇਹ ਪਰਬਤੀ ਮਿੱਟੀ ਹੈ। ਸੋ ਬੱਚਿਓ, ਇਹ ਨਕਸ਼ਾ ਤੁਸੀਂ ਦੇਖ ਲਿਆ। ਤੁਹਾਡੇ ਕੋਲ ਜਿਹੜਾ PDF ਪਹੁੰਚੇਗਾ ਉਹਦੇ ਵਿੱਚ ਵੀ ਇਹ ਨਕਸ਼ਾ ਹੈ, ਤਾਂ ਤੁਸੀਂ ਇੱਕ ਖਾਲੀ ਨਕਸ਼ਾ ਲੈ ਕੇ ਉਹਦੇ ਉੱਤੇ ਦੀ ਪ੍ਰੈਕਟਿਸ ਵੀ ਕਰ ਸਕਦੇ ਹੋ। ਹੁਣ ਅੱਗੇ ਹੈ ਆਪਣੇ ਕੋਲ ਭੌਂਖੋਰ ਜਾਂ ਖੁਰਨ। ਭੌਂਖੋਰ ਜਾਂ ਭੂਮੀ ਦੇ ਖੁਰਨ ਦਾ ਮਤਲਬ ਹੈ ਕਿ ਧਰਤੀ ਦੀ ਉੱਪਰਲੀ ਪਰਤ ਜਿਹੜੀ ਹੈ ਉਹ ਵੱਖ-ਵੱਖ ਕਾਰਨਾਂ ਕਰਕੇ ਨਸ਼ਟ ਹੋ ਜਾਂਦੀ ਹੈ। ਉਹਨਾਂ ਕਾਰਨਾਂ ਵਿੱਚੋਂ ਕੁਝ ਕਾਰਨ ਇਹ ਹਨ ਕਿ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਫਸਲਾਂ ਉਗਾਉਣਾ, ਯਾਨੀ ਕਿ ਫਸਲਾਂ ਦਾ ਝਾੜ ਵੱਧ ਲੈਣ ਲਈ ਬਹੁਤ ਜ਼ਿਆਦਾ ਖਾਦਾਂ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰਨੀ, ਜਾਂ ਫਿਰ ਜੰਗਲਾਂ ਨੂੰ ਕੱਟਣਾ, ਔਰ ਜਿਹੜੇ ਘਾਹ ਦੇ ਮੈਦਾਨ ਹੈ ਉੱਥੇ ਪਸ਼ੂਆਂ ਨੂੰ ਬਹੁਤ ਜ਼ਿਆਦਾ ਚਰਾਉਣਾ। ਇਹਨਾਂ ਵਜ੍ਹਾ ਦੇ ਕਰਕੇ ਧਰਤੀ ਦੀ ਉੱਪਰਲੀ ਪਰਤ ਜਿਹੜੀ ਹੈਗੀ ਆ ਉਹ ਹੌਲੀ ਹੌਲੀ ਖੁਰਨ ਲੱਗ ਜਾਂਦੀ ਹੈ, ਔਰ ਜਿਸ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਸੋ ਭੂਮੀ ਦੇ ਖੁਰਨ ਤੋਂ ਬਚਾਅ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾਅ ਕਰਨਾ ਚਾਹੀਦਾ। ਸਾਨੂੰ ਜ਼ਿਆਦਾ ਦਰੱਖਤ ਨਹੀਂ ਕੱਟਣੇ ਚਾਹੀਦੇ, ਜੰਗਲ ਜ਼ਿਆਦਾ ਨਹੀਂ ਕੱਟਣੇ ਚਾਹੀਦੇ। ਇਹਦੇ ਨਾਲ ਨਾਲ ਸਾਨੂੰ ਪਸ਼ੂ ਚਰਾਉਣ ਦੀ ਜਿਹੜੀ ਸਾਡੇ ਜਿਹੜੀ ਐਕਟੀਵਿਟੀ ਹੈ ਜਾਂ ਕਿਰਿਆ ਹੈ, ਜਾਂ ਪਸ਼ੂ ਚਰਾਉਣਾ ਵੀ ਘੱਟ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖਤਮ ਹੋਣ ਤੋਂ ਬਚਾ ਸਕੀਏ। ਤਾਂ ਇਸ ਪਾਠ ਦੇ ਵਿੱਚ ਅੱਗੇ ਆਪਾਂ ਪੜ੍ਹੇ ਸੀ ਖਣਿਜ ਪਦਾਰਥਾਂ ਬਾਰੇ। ਖਣਿਜ ਪਦਾਰਥ ਜਿਹੜੇ ਆ ਆਪਾਂ ਪੜ੍ਹਿਆ ਸੀ, ਉਹ 3 ਤਰ੍ਹਾਂ ਦੇ ਹੁੰਦੇ ਨੇ। ਨੀਚੇ ਪੀਲੇ ਰੰਗ ਦੇ ਵਿੱਚ ਉਹਨੇ ਤਿੰਨੇ ਨਾਮ ਲਿਖੇ ਹੋਏ ਆ, ਅਧਾਤਵੀ, ਸ਼ਕਤੀ, ਧਾਤਵੀ। ਔਰ ਤੁਹਾਡੇ ਸਾਹਮਣੇ 3 ਲਾਈਨਾਂ ਦੇ ਵਿੱਚ, 3 ਵਾਕਾਂ ਦੇ ਵਿੱਚ ਕੁਛ ਧਾਤਾਂ ਜਾਂ ਅਧਾਤਾਂ ਜਾਂ ਸ਼ਕਤੀ ਸਾਧਨਾਂ ਦੇ ਨਾਮ ਲਿਖੇ ਹੋਏ ਹਨ ਇਹਨਾਂ ਖਣਿਜਾਂ ਦੇ। ਤਾਂ ਆਪਾਂ ਦੇਖਣਾ ਕਿ ਕਿਹੜਾ ਖਣਿਜ, ਜਿਵੇਂ ਪਹਿਲੀ ਲਾਈਨ ਦੇ ਵਿੱਚ ਲਿਖਿਆ ਹੋਇਆ ਲੋਹਾ, ਤਾਂਬਾ, ਟਿਨ, ਐਲੂਮੀਨੀਅਮ, ਸੋਨਾ, ਚਾਂਦੀ, ਇਹ ਕਿਸ ਤਰ੍ਹਾਂ ਦੇ ਖਣਿਜ ਹਨ? ਇਹ ਧਾਤਵੀ ਖਣਿਜ ਹਨ, ਯਾਨੀ ਕਿ ਧਾਤਾਂ ਹਨ। ਅੱਗੇ ਹੈ ਸਾਡੇ ਕੋਲ ਸਲਫਰ, ਅਬਰਕ, ਜਿਪਸਮ ਅਤੇ ਪੋਟਾਸ਼, ਇਹ ਹੈਗੇ ਆ ਅਧਾਤਵੀ ਖਣਿਜ, ਯਾਨੀ ਕਿ ਇਹ ਧਾਤ ਨਹੀਂ ਅਧਾਤ ਹਨ। ਔਰ ਤੀਸਰੇ ਆ ਸਾਡੇ ਕੋਲ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਔਰ ਬਿਜਲੀ, ਇਹ ਹਨ ਸ਼ਕਤੀ ਖਣਿਜ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਖਣਿਜਾਂ ਬਾਰੇ ਵੀ ਗੱਲ ਕਰ ਲੈਂਦੇ ਹਾਂ। ਤਾਂ ਪਹਿਲਾਂ ਲੋਹਾ ਦੀ ਗੱਲ ਕਰਦੇ ਹਾਂ ਜੀ। ਲੋਹੇ ਦੀ ਵਜ੍ਹਾ ਕਰਕੇ ਉਦਯੋਗਿਕ ਖੇਤਰ ਵਿੱਚ ਕ੍ਰਾਂਤੀ ਆਈ ਹੈ, ਅਤੇ ਭਾਰਤ ਵਿੱਚ ਲੋਹਾ ਜਿਹੜਾ ਹੈ ਉੜੀਸਾ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਔਰ ਛੱਤੀਸਗੜ੍ਹ ਦੇ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਅੱਗੇ ਹੈ ਤਾਂਬਾ, ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਧਾਤ ਹੈ। ਮਨੁੱਖੀ ਇਤਿਹਾਸ ਵਿੱਚ ਸਭ ਤੋਂ ਡੈਸ਼ ਜਾਣ ਵਾਲਾ ਖਣਿਜ। ਅਗੇਨ ਤੁਹਾਡੇ ਕੋਲ ਥੱਲੇ ਕੁਝ ਪੀਲੇ ਸ਼ਬਦ ਲਿਖੇ ਹੋਏ ਹਨ, ਜਿਨ੍ਹਾਂ ਨੂੰ ਆਪਾਂ ਇਹਨਾਂ ਵਿੱਚ ਭਰਾਂਗੇ। ਤਾਂ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਜਾਣਿਆ ਜਾਣ ਵਾਲਾ ਖਣਿਜ ਹੈ ਇਹ, ਯਾਨੀ ਕਿ ਤਾਂਬੇ ਨਾਲ ਸਭ ਤੋਂ ਪਹਿਲੀ ਜਾਣ ਪਛਾਣ ਮਨੁੱਖ ਦੀ ਹੋਈ ਸੀ। ਅਗਲਾ ਵਾਕ ਹੈ ਆਧੁਨਿਕ ਯੁੱਗ ਦਾ ਆਰੰਭ ਡੈਸ਼ ਦੀ ਵਰਤੋਂ ਨਾਲ ਹੀ ਹੋਇਆ, ਤਾਂਬੇ ਦੀ ਵਰਤੋਂ ਨਾਲ ਹੀ ਹੋਇਆ। ਔਰ ਤੀਸਰਾ ਹੈ ਬਿਜਲੀ ਦਾ ਡੈਸ਼, ਬਿਜਲੀ ਦੀਆਂ ਤਾਰਾਂ, ਬਿਜਲੀ ਦਾ ਸੁਚਾਲਕ, ਜਾਣੀ ਕਿ ਇਸ ਵਿੱਚੋਂ ਬਿਜਲੀ ਆਰਾਮ ਨਾਲ ਗੁਜ਼ਰ ਜਾਂਦੀ ਹੈ। ਇਸੇ ਕਰਕੇ ਬਿਜਲੀ ਦੀਆਂ ਤਾਰਾਂ ਤਾਂਬੇ ਦੀਆਂ ਬਣਾਈਆਂ ਜਾਂਦੀਆਂ ਹਨ। ਤਾਂਬਾ ਪ੍ਰਾਪਤ ਕਰਨ ਦੇ ਮੁੱਖ ਖੇਤਰ ਦੁਨੀਆ ਦੇ ਵਿੱਚ ਚਿਲੀ ਔਰ ਦੱਖਣੀ ਅਮਰੀਕਾ ਹਨ। ਔਰ ਭਾਰਤ ਦੇ ਵਿੱਚ ਜਿਹੜਾ ਤਾਂਬਾ ਉਹ ਝਾਰਖੰਡ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਔਰ ਰਾਜਸਥਾਨ ਦੇ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਅੱਗੇ ਸਾਡੇ ਕੋਲ ਬਾਕਸਾਈਟ। ਬਾਕਸਾਈਟ ਦੇ ਬਾਰੇ 3 ਖਾਲੀ ਥਾਵਾਂ। ਬਾਕਸਾਈਟ ਤੋਂ ਡੈਸ਼ ਪ੍ਰਾਪਤ ਕੀਤਾ ਜਾਂਦਾ ਹੈ, ਜੰਗਾਲ, ਐਲੂਮੀਨੀਅਮ, ਹਲਕੇ,
ਬਾਕਸਾਈਟ ਤੋਂ ਐਲੂਮੀਨੀਅਮ ਪ੍ਰਾਪਤ ਕੀਤਾ ਜਾਂਦਾ ਹੈ। ਅਗਲਾ ਹੈ ਐਲੂਮੀਨੀਅਮ ਡੈਸ਼ ਭਾਰ ਵਾਲੀ ਧਾਤ ਹੈ। ਐਲੂਮੀਨੀਅਮ ਹਲਕੇ ਭਾਰ ਵਾਲੀ ਦਾ, ਐਲੂਮੀਨੀਅਮ ਦੀ ਕੋਈ ਵੀ ਚੀਜ਼ ਤੁਸੀਂ ਦੇਖੋਗੇ ਉਹ ਲਾਈਟ ਵੇਟ 'ਚ ਹੁੰਦੀ ਹੈ। ਇਸ ਤੋਂ ਬਣੀਆਂ ਵਸਤਾਂ ਨੂੰ ਡੈਸ਼ ਨਹੀਂ ਲੱਗਦਾ, ਇਸ ਤੋਂ ਬਣੀਆਂ ਵਸਤਾਂ ਨੂੰ ਜੰਗਾਲ ਨਹੀਂ ਲੱਗਦਾ। ਉਸ ਤੋਂ ਅੱਗੇ ਹੈ ਸਾਡੇ ਕੋਲ ਅਬਰਕ। ਅਬਰਕ ਇੱਕ ਡੈਸ਼ ਖਣਿਜ ਹੈ। ਅਬਰਕ ਇੱਕ ਅਧਾਤਵੀ ਖਣਿਜ ਹੈ। ਦੂਸਰਾ ਹੈ ਜੀ, ਇਹ ਲੈਂਪ ਦੀਆਂ ਚਿਮਨੀਆਂ, ਰੰਗ ਰੋਗਨ, ਰਬੜ, ਕਾਗਜ਼, ਹਵਾਈ ਜਹਾਜ਼, ਪਾਰਦਰਸ਼ੀ ਚਾਦਰਾਂ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਨੰਬਰ 3, ਭਾਰਤ ਵਿੱਚ ਡੈਸ਼ ਦੇ ਵਿਸ਼ਾਲ ਭੰਡਾਰ ਹਨ। ਭਾਰਤ ਵਿੱਚ ਅਬਰਕ ਦੇ ਵਿਸ਼ਾਲ ਭੰਡਾਰ ਹਨ। ਨੰਬਰ 4 ਹੈ, ਅਬਰਕ ਦੇ ਭੰਡਾਰਾਂ ਪੱਖੋਂ ਭਾਰਤ ਦਾ ਸੰਸਾਰ ਭਰ ਵਿੱਚ ਡੈਸ਼ ਦਰਜਾ ਹੈ। ਪਹਿਲਾ ਦਰਜਾ, ਯਾਨੀ ਕਿ ਭਾਰਤ ਵਿੱਚ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਤੇ ਸਭ ਤੋਂ ਵਧੀਆ ਅਬਰਕ ਜਿਹੜਾ ਉਹ ਕੱਢਿਆ ਜਾਂਦਾ ਹੈ। ਨੰਬਰ 5 ਹੈ, ਭਾਰਤ ਵਿੱਚ ਅਬਰਕ ਦੇ ਮੁੱਖ ਖੇਤਰ ਡੈਸ਼ ਬਿਹਾਰ, ਰਾਜਸਥਾਨ। ਇੱਧਰ 4 ਆਪਸ਼ਨ ਸੀ ਸਾਡੇ ਕੋਲ, ਆਪਣੇ ਕੋਲ, ਤਾਂ ਇਹ ਹੋ ਗਿਆ ਝਾਰਖੰਡ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਭਾਰਤ ਵਿੱਚ ਅਬਰਕ ਜਿਹੜਾ ਉਹ ਪ੍ਰਾਪਤ ਹੁੰਦਾ। ਝਾਰਖੰਡ, ਬਿਹਾਰ, ਰਾਜਸਥਾਨ। ਇਸ ਤੋਂ ਅੱਗੇ ਹੈ ਸਾਡੇ ਕੋਲ ਮੈਂਗਨੀਜ਼। ਮੈਂਗਨੀਜ਼ ਦੀ ਜ਼ਿਆਦਾ ਵਰਤੋਂ ਕੱਚੇ ਲੋਹੇ ਤੋਂ ਡੈਸ਼ ਬਣਾਉਣ ਵਿੱਚ ਕੀਤੀ ਜਾਂਦੀ ਹੈ। ਮੈਂਗਨੀਜ਼ ਦੀ ਵਰਤੋਂ ਕੱਚੇ ਲੋਹੇ ਤੋਂ ਸਟੀਲ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਹ ਡੈਸ਼ ਪਾਊਡਰ, ਡੈਸ਼ ਦਵਾਈਆਂ, ਰੰਗ ਰੋਗਨ ਅਤੇ ਸ਼ੀਸ਼ਾ ਬਣਾਉਣ ਲਈ ਵਰਤਿਆ ਜਾਂਦਾ ਹੈ। ਡੈਸ਼ ਪਾਊਡਰ, ਬਲੀਚਿੰਗ ਪਾਊਡਰ, ਡੈਸ਼ ਦਵਾਈਆਂ, ਕੀੜੇ ਮਾਰ ਦਵਾਈਆਂ, ਰੰਗ ਰੋਗਨ ਅਤੇ ਸ਼ੀਸ਼ਾ ਬਣਾਉਣ ਲਈ ਵਰਤਿਆ ਜਾਂਦਾ ਹੈ। ਦੈਨ ਭਾਰਤ ਵਿੱਚ ਡੈਸ਼ ਦੇ ਮੁੱਖ ਭੰਡਾਰ। ਭਾਰਤ ਵਿੱਚ ਮੈਂਗਨੀਜ਼ ਦੇ ਮੁੱਖ ਭੰਡਾਰ ਕਿੱਥੇ ਕਿੱਥੇ ਨੇ? ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਓਡੀਸ਼ਾ, ਕਰਨਾਟਕਾ ਅਤੇ ਝਾਰਖੰਡ। ਇਸ ਤੋਂ ਅੱਗੇ ਸਾਡੇ ਕੋਲ ਆ ਗਏ ਸ਼ਕਤੀ ਖਣਿਜ। ਸ਼ਕਤੀ ਖਣਿਜ ਬੱਚੋ ਮੈਂ ਤੁਹਾਨੂੰ ਦੱਸਿਆ ਸੀ 4 ਹਨ। ਪਹਿਲਾਂ ਵੀ ਤੁਸੀਂ ਪਿਛਲੇ ਲੈਸਨ ਦੇ ਵਿੱਚ ਵੀ ਸੁਣਿਆ ਸੀ। ਕਿਹੜੇ ਕਿਹੜੇ 4? ਕੋਲਾ, ਖਣਿਜ ਤੇਲ, ਕੁਦਰਤੀ ਗੈਸ ਔਰ ਬਿਜਲੀ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਦੀ ਗੱਲ ਕਰਦੇ ਹਾਂ। ਕੋਲਾ, ਕੋਲੇ ਤੋਂ ਡੈਸ਼ ਪੈਦਾ ਕੀਤੀ ਜਾਂਦੀ ਹੈ। ਸੱਜੇ ਹੱਥ ਫਿਰ ਉਹੀ 6 ਪੀਲੇ ਸ਼ਬਦ ਹਨ ਸਾਡੇ ਕੋਲ। ਕੋਲੇ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ, ਜਿਵੇਂ ਆਪਣੇ ਪੰਜਾਬ ਦੇ ਵਿੱਚ ਬਠਿੰਡਾ ਥਰਮਲ ਪਲਾਂਟ। ਪੱਥਰੀ ਕੋਲਾ ਪੁਰਾਣੇ ਡੈਸ਼ ਦਾ ਧਰਤੀ ਦੀਆਂ ਡੂੰਘੀਆਂ ਪਰਤਾਂ ਵਿੱਚ ਕਰੋੜਾਂ ਸਾਲ ਦੱਬੇ ਰਹਿਣ ਉਪਰੰਤ ਬਣਦਾ ਹੈ। ਪੱਥਰੀ ਕੋਲਾ ਪੁਰਾਣੇ ਜੰਗਲਾਂ ਦਾ। ਕੋਲੇ ਨੂੰ ਡੈਸ਼ ਨਾਲ ਵਰਤਣਾ ਚਾਹੀਦਾ ਹੈ, ਸੰਜਮ ਨਾਲ ਵਰਤਣਾ ਚਾਹੀਦਾ ਹੈ। ਭਾਰਤ ਸੰਸਾਰ ਦਾ ਡੈਸ਼ ਪ੍ਰਤੀਸ਼ਤ ਕੋਲਾ ਉਤਪਾਦਨ ਕਰਦਾ ਹੈ? 5%। ਕੋਲੇ ਦਾ ਸੰਸਾਰ ਵਿੱਚ ਵਧੇਰੇ ਭੰਡਾਰ 35 ਡਿਗਰੀ ਤੋਂ 65 ਡਿਗਰੀ ਡੈਸ਼ ਅਕਸ਼ਾਂਸ਼ਾਂ ਵਿਚਕਾਰ ਪਾਇਆ ਜਾਂਦਾ ਹੈ। 35 ਡਿਗਰੀ ਤੋਂ 65 ਡਿਗਰੀ ਉੱਤਰੀ ਅਤੇ ਦੱਖਣੀ ਅਕਸ਼ਾਂਸ਼ਾਂ ਵਿਚਕਾਰ ਪਾਇਆ ਜਾਂਦਾ ਹੈ। ਭਾਰਤ ਵਿੱਚ ਡੈਸ਼ ਪ੍ਰਮੁੱਖ ਕੋਲਾ ਖੇਤਰ ਹੈ ਦਮੋਦਰ ਘਾਟੀ। ਅੱਗੇ ਹੈ ਸਾਡੇ ਕੋਲ ਖਣਿਜ ਤੇਲ। ਖਣਿਜ ਤੇਲ ਨੂੰ ਡੈਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਖਣਿਜ ਤੇਲ ਜਿਹੜਾ ਇਹਨੂੰ ਕੀ ਕਹਿੰਦੇ ਨੇ? ਸਾਡੇ ਕੋਲ 5 ਆਪਸ਼ਨਸ ਹੈ ਪੀਲੇ ਅੱਖਰਾਂ ਦੇ ਵਿੱਚ। ਖਣਿਜ ਤੇਲ ਨੂੰ ਪੈਟਰੋਲੀਅਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਡੈਸ਼ ਵੀ ਆਖਦੇ ਹਨ। ਇਹਦਾ ਇੱਕ ਖਾਸ ਨਾਂ ਹੋਰ ਵੀ ਰੱਖਿਆ ਗਿਆ, ਇੱਕ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਇਹਦਾ ਨਾਂ ਰੱਖਿਆ, ਉਹਨੂੰ ਕੀ ਕਹਿੰਦੇ ਆ? ਤਰਲ ਸੋਨਾ, ਲਿਕੁਇਡ ਗੋਲਡ। ਪੈਟਰੋਲੀਅਮ 2 ਸ਼ਬਦਾਂ ਤੋਂ ਬਣਿਆ ਹੋਇਆ, ਪੈਟਰਾ ਅਤੇ ਓਲੀਅਮ। ਇਹਨਾਂ ਦੇ ਅਰਥ, ਪੈਟਰਾ ਨੂੰ ਕਹਿੰਦੇ ਆ ਚੱਟਾਨ ਅਤੇ ਓਲੀਅਮ ਦਾ ਅਰਥ ਹੁੰਦਾ ਹੈ ਤੇਲ। ਤਾਂ ਪੈਟਰੋਲੀਅਮ ਦਾ ਮਤਲਬ ਹੋ ਗਿਆ ਚੱਟਾਨਾਂ ਦਾ ਤੇਲ। ਇਹ ਬਨਸਪਤੀ ਮਰੇ ਹੋਏ ਜੀਵ ਜੰਤੂਆਂ ਦੇ ਡੈਸ਼ ਚੱਟਾਨਾਂ ਵਿਚਾਲੇ ਦੱਬੇ ਜਾਣ ਨਾਲ ਬਣਿਆ ਹੈ। ਪਰਤਦਾਰ ਚੱਟਾਨਾਂ ਦੇ ਵਿੱਚ ਦੱਬੇ ਜਾਣ ਨਾਲ ਬਣਿਆ ਹੈ। ਅੱਗੇ ਧਰਤੀ ਵਿੱਚੋਂ ਪੈਟਰੋਲ ਅਤੇ ਡੀਜ਼ਲ ਅਸ਼ੁੱਧ ਅਤੇ ਅਣਸੋਧਿਆ ਪ੍ਰਾਪਤ ਹੁੰਦਾ ਹੈ, ਜਿਸ ਨੂੰ ਡੈਸ਼ ਆਖਦੇ ਹਨ, ਜਿਸ ਨੂੰ ਕੱਚਾ ਤੇਲ ਆਖਦੇ ਹਨ। ਨੰਬਰ 2, ਕੱਚੇ ਤੇਲ ਨੂੰ ਡੈਸ਼ ਕਾਰਖਾਨੇ ਵਿੱਚ ਸਾਫ਼ ਕਰਕੇ, ਤੇਲ ਸੋਧਕ ਕਾਰਖਾਨੇ ਵਿੱਚ ਸਾਫ਼ ਕਰਕੇ ਪੈਟਰੋਲ ਡੈਸ਼, ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਗੈਸ, ਗਰੀਸ, ਮੋਮ, ਵੈਸਲੀਨ ਆਦਿ ਬਣਾਏ ਜਾਂਦੇ ਹਨ। ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਡੈਸ਼ ਵਿੱਚ ਸਥਿਤ ਹਨ। ਦੱਖਣ ਪੱਛਮੀ ਏਸ਼ੀਆ। ਔਰ ਦੱਖਣ ਪੱਛਮੀ ਏਸ਼ੀਆ ਦੇ ਦੇਸ਼ ਕਿਹੜੇ ਕਿਹੜੇ ਆ? ਸਾਊਦੀ ਅਰਬ, ਈਰਾਨ, ਕੁਵੈਤ, ਇਰਾਕ, UAE ਜਾਂ ਯੂਨਾਈਟਿਡ ਅਰਬ ਅਮੀਰਾਤ। ਸੋ ਬੱਚਿਓ, ਇਹ ਸੀ 7ਵੀਂ ਜਮਾਤ ਦਾ ਸਮਾਜਿਕ ਸਿੱਖਿਆ ਦਾ ਪਾਠ ਨੰਬਰ 2, ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ। ਮੇਰਾ ਖਿਆਲ ਹੈ ਕਿ ਇਸ ਪ੍ਰੋਗਰਾਮ ਦੇ ਵਿੱਚੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਮਿਲੀ, ਤੁਹਾਨੂੰ ਤੁਸੀਂ ਉਹ ਨੋਟ ਕੀਤੀ ਹੋਵੇਗੀ, ਯਾਦ ਕੀਤੀ ਹੋਵੇਗੀ, ਜਿਹੜੀ ਇਮਤਿਹਾਨਾਂ ਦੇ ਵਿੱਚ ਤੁਹਾਡੇ ਕੰਮ ਵੀ ਆਵੇਗੀ। ਸੋ ਬੱਚੋ, ਇਸ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।